ਤੈਨੂੰ ਕਲੇਸ਼ ਚੰਬੜੇ ਨੇ ਜਿਹੜੇ ਤੇਰੇ ਪਾਠ ਪੂਜਾ ਸਿਮਰਨ ਭਗਤੀ 'ਚ ਵਿਘਨ ਪੈਂਦੇ ਆ। ਇਹ ਲਾਉਣਗੇ ਸਾਧੂ, ਇਹ ਮਹਾਂਪੁਰਸ਼ ਦੀ ਧੂੜੀ ਤੇ ਸੇਵਾ ਨਾਲ ਵਿਘਨ ਉਤਰਨਗੇ। ਇਹ ਜਨਮਾਂ ਜਨਮਾਂ ਦੇ ਜਿਹੜੇ ਕਿਲ ਵਿਖੜੇ, ਜਾ ਕੇ ਮਹਾਂਪੁਰਖ ਦੀ ਸੰਗਤ ਕਰ। ਇੱਕ ਮੈਂ ਨਹੀਂ ਕਹਿ ਰਿਹਾ, ਕਿਤੇ ਭੁਲੇਖੇ 'ਚ ਨਾ ਰਿਹਾ ਜੇ। ਜਿਹਨੂੰ ਤੁਸੀਂ ਅੰਮ੍ਰਿਤ ਛਕ ਕੇ ਗੁਰੂ ਧਾਰਿਆ ਉਹ ਕਹਿ ਦੇ, ਜਿਹਨੂੰ ਅੰਮ੍ਰਿਤ ਛਕ ਕੇ ਗੁਰੂ ਧਾਰਨ ਕੀਤਾ ਉਹ ਗੁਰੂ ਕਹਿ ਰਹੇ ਨੇ ਕਿ ਤੈਨੂੰ ਕਿਲ ਵਿਖ ਚੰਬੜੇ ਹੋਏ ਨੇ, ਇਹ ਸਾਧੂ ਦੀ ਸ਼ਰ ਸੇਵਾ ਵਿੱਚ ਉਤਰਨਗੇ। ਇਹਦਾ ਰਾਬੀ ਬਣ ਕੇ ਬਹਿ ਜਾਂਦੇ, ਕਿਤੇ ਅੰਮ੍ਰਿਤ ਛਕ ਲਿਆ ਹੈ, ਗੁਰੂ ਗ੍ਰੰਥ ਸਾਹਿਬ ਗੁਰੂ ਮੰਨ ਲਿਆ ਤੇ ਸੰਤਾਂ ਦੀ ਨਿੰਦਿਆ ਕਰੋ। ਗੁਰੂ ਗ੍ਰੰਥ ਸਾਹਿਬ ਗੁਰੂ ਮੰਨ ਲਿਆ ਤੇ ਹੁਣ ਪੂਜਾ ਇਕੱਠੀ ਕਰਨੀ ਸ਼ੁਰੂ ਕਰ ਦਿਓ। ਹੁਣ ਆਪਦੀ ਪੰਥ ਬਣਾ ਲਓ ਵੱਖਰਾ, ਨੁਕਸ ਕੱਢਣੇ ਸ਼ੁਰੂ ਕਰ ਦਿਓ ਮਹਾਂਪੁਰਖਾਂ ਦੇ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਕਰੋ, ਫਿਰ ਤੁਹਾਡੇ ਮਾਰਗ ਖੁੱਲਣਗੇ। ਕਿਹੋ ਜਿਹੇ ਮਰਜ਼ੀ ਪਹਿਰਾਵੇ ਪਹਿਨ ਲਓ, ਗੱਲ ਨਹੀਂ ਬਣਨੀ। ਕਿੰਨੇ ਮਰਜ਼ੀ ਪਾਠ ਪੂਜਾ ਸਿਮਰਨ ਕਰ ਲਵੋ, ਅਖੀਰ ਤੇ ਸਾਧੂ ਦੀ ਸੰਗਤ 'ਚ ਆਉਣਾ ਪਏਗਾ। ਉਹ ਤਪਸਵੀ 36 ਸਾਲ ਬਾਅਦ ਸਾਧੂ ਦੀ ਸ਼ਰਨ ਵਿੱਚ ਡਿੱਗੇ ਆਣ ਕੇ। ਬਾਬਾ ਫਰੀਦ ਜੀ, ਬਾਬਾ ਆਨੰਦ ਸਿੰਘ ਜੀ ਫਿਰ ਗੋਲੇ ਬਣ ਕੇ ਸਾਰੀਆਂ ਮਾਰਾਂ ਸਹਿਣ ਕੀਤੀਆਂ, ਫਿਰ ਜਾ ਕੇ ਪ੍ਰਾਪਤੀਆਂ ਹੋਈਆਂ। ਐਵੇਂ ਨਹੀਂ ਹੁੰਦੀ। ਬਾਬਾ ਜੀ ਦੀ ਅੱਧੀ ਉਮਰ ਲੰਘੀ, ਅੱਧਿਓਂ ਜ਼ਿਆਦਾ। ਤਰਲੋਚਨ ਹੁਣ ਇੰਨੀ ਸਿਮਰਨ ਸਾਧਨਾ ਭਗਤੀ ਵਾਲਾ, ਨਾਮ ਚੰਗੇ ਕਰਮ ਧਰਮ ਕਰਨ ਵਾਲਾ, ਸਾਧੂਆਂ ਦੀ ਸੇਵਾ ਕਰਨ ਵਾਲਾ, ਮਿਹਨਤ ਕਰਕੇ ਜਿਹੜੀ ਮਾਇਆ ਪਦਾਰਥ ਆਉਂਦਾ ਉਹ ਸਾਧੂਆਂ ਦੀ ਸੇਵਾ ਚ ਲਾਉਂਦਾ। ਆ ਪੜ੍ਹਿਓ, ਦਰਸ਼ਨ ਵੇਖਣ ਵਾਸਤੇ ਨਾਮਦੇਵ ਦੇ ਕੋਲ ਚੱਲ ਕੇ ਆ ਜਾਂਦਾ ਹੈ ਤਰਲੋਚਨ। ਅੱਗੇ ਭਗਤ ਕਰਨ ਮਿਲ ਦੋਏ ਜਨੇ, ਨਾਮ ਦੇਵੋ ਹਰ ਚਿਲਤ ਸੁਨਾਵੇ। ਇਹ ਭਗਤੀ ਕਰਦਾ, ਇਹਦੇ ਨਾਲ ਕੋਈ ਕੌਤਕ ਹੀ ਨਹੀਂ ਹੁੰਦਾ। ਸਵਾਦ ਤਾਂ ਹੈ। ਬਾਬਾ ਜੀ ਨੇ ਮਹਾਸੰਬੜ ਪਾਠ ਰੱਖਣੇ, ਕੌਤਕ ਹੋਣੇ। ਪਾਠੀਆਂ ਨਾਲ, ਆਉਣ ਵਾਲੇ ਸੰਗੀਆਂ ਨਾਲ, ਸੇਵਾਦਾਰਾਂ ਨਾਲ ਅਸੀਂ ਆਪ ਅੱਖੀ ਦੇਖਦੇ ਰਹੇ। ਧੰਨ ਬਾਬਾ ਕੁੰਦਨ ਸਿੰਘ ਜੀ ਨੇ ਕਹਿੰਦੇ ਕੌਤਕ ਹੁੰਦੇ ਆ, ਪਰਮੇਸ਼ਰ ਰੰਗ ਖੇਡਦਾ ਹੈ। ਇਹ ਹੁਣ ਹਾਰ ਕੇ ਨਾਮਦੇਵ ਦੇ ਕੋਲ ਆਉਣ ਲੱਗਿਆ ਹੈ। ਦੋਵੇਂ ਜਿਹੜੇ ਭਗਤੀ ਕਰਦੇ ਆ, ਪਰ ਇਹਦੇ ਨਾਲ ਕੌਤਕ ਨਹੀਂ ਹੁੰਦੇ, ਨਾਮਦੇਵ ਨਾਲ ਕੌਤਕ ਹੁੰਦੇ ਨੇ। ਭਗਤੀ ਕਰਦੇ ਹੋ ਫਿਰ ਇਹਨੂੰ ਸੁਣਾਉਂਦਾ ਹੈ। ਹਾਂਜੀ ਅੱਗੇ। ਮੇਰੀ ਪੀ ਕਰ ਬੇਨੰਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਨਾਮਦੇਵ ਤੂੰ ਮੇਰੀ ਵੀ ਠਾਕਰਾ ਕੇ ਬੇਨਤੀ ਕਰਨਾ, ਮੈਂ ਦਰਸ਼ਨ ਵੇਖਾਂ ਜੇ ਉਹਨਾਂ ਨੂੰ ਪਾਵੇ ਤਾਂ। ਜੇ ਉਹ ਪ੍ਰਸੰਨ ਹੋਣ, ਮੈਨੂੰ ਵੀ ਦਰਸ਼ਨ ਦੇਣ। ਠਾਕੁਰ ਜੀ ਨੂੰ ਪੁੱਛਿਓ ਸੇ ਦਰਸ਼ਨ, ਕਿਵੇਂ ਤਰਲੋਚਨ ਪਾਵੇ। ਰੋਜ਼ ਮੇਰੇ ਨਾਲ 1 ਵਜੇ 12 ਵਜੇ ਆ ਕੇ ਬਹਿ ਜਾਂਦਾ ਹੈ ਤਰਲੋਚਨ, ਮੇਰੇ ਨਾਲ ਭਗਤੀ ਕਰਦਾ ਹੈ, ਤੇ ਪ੍ਰਭੂ ਜੀ ਉਹ ਕਿਵੇਂ ਦਰਸ਼ਨ ਪਾ ਸਕਦਾ ਹੈ। ਰੋਜ਼ ਬੈਠਦਾ ਮੇਰੇ ਨਾਲ, ਬਹੁਤ ਗੁਰਮੁਖ ਪਿਆਰਾ ਹੈ, ਬੜੀ ਲਿਵ ਵਾਲਾ ਹੈ। ਉਹਨੂੰ ਕਿਰਪਾ ਕਰੋ, ਉਹਨੂੰ ਦਰਸ਼ਨ ਦਿਓ। ਉਹ ਕਿਵੇਂ ਦਰਸ਼ਨ ਤੁਹਾਡੇ ਪਾਏਗਾ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ। ਹੱਸ ਕੇ ਠਾਕੁਰ ਬੋਲੇ ਤੇ ਨਾਮਦੇਵ ਨੂੰ ਸਮਝਾਉਣ ਲੱਗੀ। ਹੱਥ ਨਾ ਵੈ ਭੇਟ ਤੋਂ,
ਹੱਥ ਨਾਵੇ ਪੀੜ ਸੋ ਦੁਸ ਤਿਰਲੋਚਨ ਮੈਂ ਮੋਹ ਲਾਵੇ। ਮੈਂ ਇੰਨੀਆਂ ਗੱਲਾਂ 'ਚ ਵਸ ਨਹੀਂ ਆਉਂਦਾ ਕਿ ਉਹ ਸਾਧਨਾ ਕਰਦਾ, ਸਿਮਰਨ ਕਰਦਾ, ਇਹ ਕਰਦਾ, ਉਹਦਾ ਉਹਨੂੰ ਫਲ ਮਿਲੀ ਜਾਣਾ। ਜੋੜ ਪਾਠ ਪੂਜਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਫਲ ਲਈ ਜਾਏਗਾ। ਪਰ ਮੈਂ ਕਿਸੇ ਦਾਅਵਿਆਂ ਨਾਲ ਵਸ ਨਹੀਂ ਆਉਂਦਾ, ਕਿਸੇ ਤਰੀਕੇ ਮੈਂ ਵਸ ਨਹੀਂ ਆਉਂਦਾ। ਕਿਵੇਂ ਮੂੰਹ ਲਾਵਾਂ ਉਹਨੂੰ? ਮਹਾਰਾਜ ਤੁਸੀਂ ਵਸ ਕਹਿੰਦੇ ਜੀ, ਵਸ ਕਿਵੇਂ ਆਉਂਦੇ ਜੀ? ਹਾਂਜੀ, ਫਿਰ ਦੱਸਦੇ ਭਗਵਾਨ। ਹੋ ਅਧੀਨ ਹਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਧਾਵੇ। ਬੜੀਆਂ ਭਗਤੀਆਂ ਕੀਤੀਆਂ ਨੇ, ਮੈਂ ਦਾਅਵਿਆਂ ਨਾਲ ਨਹੀਂ ਮਿਲਦਾ। ਬੜੀਆਂ ਉਹਨੇ ਸੇਵਾ ਵੀ ਕੀਤੀਆਂ ਨੇ, ਸਾਧਨਾ ਕੀਤੀਆਂ ਨੇ, ਸਾਰੀ ਉਮਰ ਇਹੀ ਕੰਮ ਕੀਤਾ ਹੈ। ਕਿਸੇ ਦਾਅਵੇ ਨਾਲ ਮੈਂ ਨਹੀਂ ਬਸ ਅਧੀਨ, ਮੈਂ ਤਾਂ ਭਗਤ ਦੇ ਆ, ਪਿਆਰੇ ਦੇ, ਗੁਰਮੁਖ ਦੇ, ਜਿਹੜਾ ਚਰਨਾਂ ਵਿੱਚ ਸਾਧੂਆਂ ਦੀ ਸੰਗਤ 'ਚ ਡਿੱਗ ਪਿਆ ਤੇ ਭਗਤੀ ਕਰਦਾ ਹੈ। ਮੈਂ ਦਾਅਵਿਆਂ ਨਾਲ ਵਸ ਨਹੀਂ ਆਉਂਦਾ। ਹੋਏ ਵਿਚੋਲਾ ਆਨ ਮਿਲਾਵੇ। ਨਾਮਦੇਵ ਕਹਿੰਦਾ ਮਹਾਰਾਜ ਮੇਰੀ ਬੇਨਤੀ ਮੰਨ ਲਓ, ਤਰਲੋਚਨ ਨੂੰ ਜ਼ਰੂਰ ਦਰਸ਼ਨ ਦੇ ਦਿਓ, ਤਰਲੋਚਨ ਤੇ ਜ਼ਰੂਰ ਕਿਰਪਾ ਕਰੋ। ਉਹ ਰੋਜ਼ ਸੰਗਤ ਕਰਦਾ, ਮੇਰੇ ਨਾਲ ਬੈਠਦਾ ਸਾਰੀ ਸਾਰੀ ਰਾਤ। ਮੈਂ ਤੁਹਾਡੇ ਕੌਤਕ ਸੁਣਾਉਣਾ, ਉਹਨੂੰ ਵੀ ਕਿਰਪਾ ਕਰੋ। ਫਿਰ ਕਹਿੰਦੇ ਨਾਮਦੇਵ ਦੇ ਨਾਲ ਭਗਤ ਤਰਲੋਚਨ ਵੀ ਪ੍ਰਭੂ ਦੇ ਦਰਸ਼ਨ ਪਾਉਣ ਲੱਗਾ। ਸਾਰੇ ਦਾਅਵੇ ਛੱਡੇ, ਸਾਰੀ ਹਉਮੈ ਗਈ। ਪਾਠ ਕਰਦਿਆਂ ਹਉਮੈ, ਕੀਰਤਨ ਕਰਕੇ ਹਉਮੈ, ਲੰਗਰ ਲਾ ਕੇ ਹਉਮੈ, ਦਾਨ ਸੇਵਾ ਕਰਕੇ ਹਉਮੈ। ਇਹ ਮੈਲ ਫਿਰ ਉਤਰੀ ਕਿਲਵਿਖ ਚੰਬੜੇ ਆ। ਸਾਜਨਾ ਕੀ ਸ਼ਰਨੀ ਪਾਹਾਂ, ਜਨਮ ਜਨਮ ਕੇ ਕਿਲਵਿਖ ਲਾਹਾ। ਇਹ ਆਪਦੇ ਜਨਮਾਂ ਦੇ ਜਿਹੜੇ ਵਿਗੜਨੇ, ਇਹ ਤੈਨੂੰ ਅੱਗੇ ਨਹੀਂ ਚੱਲਣ ਦੇਣਗੇ। ਇਹ ਸੰਤਾਂ ਦੀ ਸ਼ਰਨ ਵਿੱਚ, ਸੰਤਾਂ ਦੀ ਸੇਵਾ ਵਿੱਚ, ਸਾਧ ਸੰਗਤ ਦੀ ਸੇਵਾ ਵਿੱਚ ਨਿਮਾਣਾ ਹੋ ਕੇ, ਗਰੀਬ ਹੋ ਕੇ ਸੇਵਾ ਕਰ। ਕਿਸੇ ਮਹਾਂਪੁਰਸ਼ ਦੇ ਬਣ ਕੇ ਰਹਿਣ ਵਿੱਚ ਸਾਰਾ ਕੁਝ ਆਉਂਦਾ ਹੈ। ਦਰ ਦਰ ਭਟਕ ਕੇ ਨਹੀਂ, ਇੱਧਰ ਉੱਧਰ ਵੱਜ ਕੇ ਨਹੀਂ। ਇੱਕ ਸਾਹਿਬ ਦੋਏ ਹੱਦ, ਦੋ ਹੱਦਾਂ ਨੇ, ਇੱਕ ਰੱਬ ਹੈ। ਹੁਣ ਇੱਕ ਨੂੰ ਸੇਵ ਤੇ ਇੱਕ ਨੂੰ ਰੱਦ। ਇੱਕ ਰੱਦ ਕਰਨਾ ਪਏਗਾ, ਇੱਕ ਨੂੰ ਹਿਰਦੇ 'ਚ ਰੱਖਣਾ ਪਏਗਾ। ਇੱਕ ਸਾਹਿਬ ਦੋਏ ਹੱਦੀ, ਕਿਸ ਨੂੰ ਸੇਵੀ ਕਿਸ ਨੂੰ ਰੱਦੀ। ਇੱਕੋ ਸਾਹਿਬ ਇੱਕੋ ਹੱਦ, ਇੱਕ ਨੂੰ ਸੇਵ ਇੱਕ ਨੂੰ ਰੱਦ। ਇੱਕ ਦੇ ਚਰਨੀ ਲਾਕੇ ਚਰਨ ਫੜ ਕੇ ਤੇ ਤੇਰਾ ਬੇੜਾ ਪਾਰ ਹੋਏਗਾ। ਸੰਗਤ ਕਰਕੇ ਸਾਧੂਆਂ ਦੀ